ਮਾਨਯੋਗ ਸਪੀਕਰ ਸਾਹਿਬ, ਮਾਨਯੋਗ ਮੈਂਬਰ ਸਾਹਿਬਾਨ ਜੋ ਮੇਰੇ ਤੋਂ ਪਹਿਲਾਂ ਇਸ ਵਿਭਾਗ ਦੀ ਜ਼ਿੰਮੇਵਾਰੀ ਵੀ ਦੇਖ ਰਹੇ ਸਨ, ਉਹਨਾਂ ਵੱਲੋਂ ਜੋ ਸਵਾਲ ਪੁੱਛੇ ਗਏ ਨੇ ਉਹਨਾਂ ਦਾ ਜਵਾਬ ਹੈ ਜੀ। ਇਸ ਵੇਲੇ ਬਾਜ਼ਾਰ ਵਿੱਚ ਰੇਤ ਦਾ ਰੇਟ ਔਸਤਨ 26 ਰੁਪਏ ਤੋਂ ਲੈ ਕੇ 28 ਰੁਪਏ ਅਤੇ ਬਜਰੀ ਦਾ ਔਸਤਨ ਰੇਟ 29 ਰੁਪਏ ਤੋਂ ਲੈ ਕੇ 30 ਰੁਪਏ ਹੈ ਜੀ। ਮਿਤੀ 16 ਮਾਰਚ 2022 ਤੋਂ ਲੈ ਕੇ 22/6/2022 ਤੱਕ ਰੇਤ ਅਤੇ ਬਜਰੀ ਤੋਂ ਜੋ ਰਕਮ ਵੱਖ-ਵੱਖ ਜ਼ਿਲ੍ਹੇਵਾਰ ਇਕੱਠੀ ਹੋਈ ਹੈ ਜੀ, 7 ਬਲਾਕ ਸੀ ਜੀ। ਪਿਛਲੀ ਸਰਕਾਰ ਦੀ ਬਣਾਈ ਹੋਈ ਪਾਲਿਸੀ ਹੈ, ਉਸ ਦੇ ਵਿੱਚੋਂ 3 ਰੱਦ ਹੈ ਜੀ, ਪਰ ਉਸ ਦੇ ਬਾਵਜੂਦ 30 ਕਰੋੜ 8,68,174 ਰੁਪਏ ਮਾਲਿਆ ਇਹਨਾਂ ਦਿਨਾਂ 'ਚ ਇਕੱਠਾ ਕੀਤਾ ਗਿਆ। ਤੇ ਈਡੀ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਮਿਤੀ 16 ਮਾਰਚ 2022 ਤੋਂ ਲੈ ਕੇ 22/6/2022 ਤੱਕ ਦਰਜ ਕੀਤੇ ਕੇਸਾਂ ਦਾ ਵੇਰਵਾ ਹੈ ਜੀ। ਕੁੱਲ ਜ਼ਿਲ੍ਹੇ ਵਾਈਜ਼ ਜਿਹੜਾ ਹੈ ਉਹ ਤੁਹਾਨੂੰ ਰਿਟਨ ਭੇਜ ਦਿੱਤਾ ਗਿਆ ਜੀ। ਕੁੱਲ ਜਿਹੜੇ ਕੇਸ ਹੈ 277 ਕੇਸ ਜੀ ਰਜਿਸਟਰ ਹੋਏ। ਸਰਕਾਰੀਆ ਜੀ। ਸਪੀਕਰ ਸਾਹਿਬ, ਪਿਛਲੀ ਸਾਡੀ ਗਵਰਨਮੈਂਟ ਵੇਲੇ ਮੇਰਾ ਖਿਆਲ ਕੋਈ ਵੀ ਐਸਾ ਸੈਸ਼ਨ ਨਹੀਂ ਸੀ ਜਿਹਦੇ 'ਚ ਜਦੋਂ ਸਾਡੇ ਇੱਧਰਲੇ ਸਾਥੀ ਓਪੋਜੀਸ਼ਨ 'ਚ ਬੈਠੇ ਸੀ ਤੇ ਮਾਈਨਿੰਗ ਦਾ ਇਸ਼ੂ ਨਹੀਂ ਉੱਠਦਾ ਸੀ। ਨਜਾਇਜ਼ ਮਾਈਨਿੰਗ ਮਾਫੀਆ ਰੇਤ ਮਹਿੰਗੀ ਮਿਲਦੀ ਆ। ਹਾਲਾਂਕਿ ਸਾਡੇ ਵੇਲੇ 17 ਰੁਪਏ ਤੋਂ ਲੈ ਕੇ 20-21 ਰੁਪਏ ਤੱਕ ਫੁੱਟ ਰੇਟ ਵਿਕਦੀ ਸੀ, ਮਤਲਬ ਸੈਂਕੜਾ 1700 ਰੁਪਏ ਨੂੰ ਜਾਂ 2000 ਤੱਕ। ਕਹਿ ਦੇਣਾ ਦਿੱਤਾ 26 ਰੁਪਏ ਆ, ਪਰ 26 ਹੈ ਨਹੀਂ, ਮਾਰਕੀਟ 'ਚ ਰੇਟ ਜ਼ਿਆਦਾ। ਪਰ ਚਲੋ ਇਹਨਾਂ ਦੀ ਗੱਲ ਹੀ ਮੰਨ ਲੈਂਦੇ ਆ। ਇਹਨਾਂ ਦੀ ਸਰਕਾਰ ਨੇ ਜਦੋਂ ਸਰਕਾਰ ਬਣਾਉਣ ਤੋਂ ਪਹਿਲਾਂ ਇਹ ਕਹਿੰਦੇ ਸੀ ਰੇਤ ਮਹਿੰਗੀ ਮਿਲਦੀ ਆ, ਤੇ ਸਾਡੀ ਜਦੋਂ ਸਰਕਾਰ ਬਣੀ ਅਸੀਂ 1000 ਰੁਪਇਆ ਸੈਂਕੜਾ ਜਿਹੜਾ ਰੇਟ ਦਿਆ ਕਰਾਂਗੇ, ਮਤਲਬ 10 ਰੁਪਏ ਫੁੱਟ। ਇਹ ਕਿਰਪਾ ਕਰਕੇ ਦੱਸ ਦੇਣ ਕਿ ਉਹ ਰੇਟ ਕਦੋਂ ਤੱਕ ਹੋ ਜਾਊਗਾ। ਮੰਤਰੀ ਜੀ। ਆਨਰੇਬਲ ਸਪੀਕਰ ਸਾਹਿਬ, ਬਿਲਕੁਲ ਮਾਨਯੋਗ ਮੈਂਬਰ ਸਾਹਿਬਾਨ ਨੇ ਕਿਹਾ ਤੇ ਸੱਚ ਹੈ ਜੀ। ਤੇ ਮੈਂ ਪੋਸਟ ਬਜਟ ਮੈਂ ਅਗਰ ਆਪ ਜੀ ਦੀ ਆਗਿਆ ਦੇਣਗੇ ਤਾਂ ਉਸ ਤੋਂ ਬਾਅਦ ਮੈਂ ਮਾਈਨਿੰਗ ਦੇ ਵਿੱਚ ਕਾਫੀ ਜੋ ਪਿਛਲੇ 15 ਸਾਲਾਂ 'ਚ ਕੀ ਰੈਵਨਿਊ ਰਿਹਾ ਈਅਰ ਵਾਈਜ਼ ਤੇ ਕੀ ਸਾਡੀ ਪਾਲਿਸੀ ਹੈ ਤੇ ਕੀ ਮੇਰੀ ਜ਼ਿੰਮੇਵਾਰੀ ਉਹ ਪੇਸ਼ ਕਰੂੰਗਾ ਜੀ। ਅਸੀਂ ਇਲੀਗਲ ਮਾਈਨਿੰਗ ਨੂੰ ਬੰਦ ਕੀਤਾ, ਉਸਦੇ ਕਰਕੇ ਕੁਆਂਟੀਟੀ ਬਹੁਤ ਘਟ ਗਈ ਸੀ, ਉਸਦੇ ਕਰਕੇ ਪ੍ਰਾਈਸਿਸ ਅਪ ਗਏ ਸੀ। ਹੁਣ ਲੀਗਲ ਮਾਈਨਿੰਗ ਦੀ ਕੁਆਂਟੀਟੀ ਰਿਕਾਰਡ ਦਫਾ ਵੱਧ ਰਹੀ ਹੈ, ਜਿਹਦੇ ਕਰਕੇ ਪ੍ਰਾਈਸਿਸ ਰੈਗੂਲਰ ਘਟ ਰਹੇ ਨੇ। ਪੰਜਾਬ ਦੀ ਆਵਾਮ ਨੂੰ ਸਸਤਾ ਰੇਤਾ ਬਜਰੀ ਤੇ ਰਿਕਾਰਡ ਰੈਵਨਿਊ ਦੇਣ ਦੀ ਜ਼ਿੰਮੇਵਾਰੀ ਸਾਡੀ ਹੈ ਜੀ। ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਜਿੰਨਾ ਰੈਵਨਿਊ ਪਿਛਲੇ 5 ਸਾਲਾਂ 'ਚ ਆਇਆ ਹੋਊਗਾ ਉਹ ਅਸੀਂ 1 ਸਾਲ 'ਚ ਦੇਵਾਂਗੇ ਫਲੋਰ ਔਨ ਦਾ ਹਾਊਸ। ਤੇ ਇਨ ਦਾ ਡਿਊਰਿੰਗ ਮਾਈ ਬਜਟ ਸਪੀਚ ਮੈਂ ਮਾਈਨਿੰਗ ਦੇ ਉੱਤੇ ਆਪਣੇ ਆંકੜੇ, ਆਪਣੇ ਡਾਟੇ ਤਥਾ ਵਾਈਜ਼ ਪੇਸ਼ ਕਰੂੰਗਾ ਜੀ। ਬਹੁਤ ਧੰਨਵਾਦ ਜੀ। ਜੀ ਸਪੀਕਰ ਸਾਹਿਬ, ਮਾਈਨਿੰਗ ਦੇ ਰੈਵਨਿਊ ਦੀ ਗੱਲ ਚੱਲੀ ਹੈ ਨਾ, ਕੀਤੀ ਆ। ਮੈਂ ਵੀ ਸਵਾਲ ਕੀਤਾ ਸੀ, ਅਜੇ ਤੱਕ 3 ਮਹੀਨਿਆਂ 'ਚ ਇਹਨਾਂ ਨੂੰ 30 ਕਰੋੜ ਆਇਆ। ਹਾਲਾਂਕਿ 30 ਕਰੋੜ ਦੇ ਵਿੱਚ ਇਹਨਾਂ ਨੂੰ ਵੀ ਪਤਾ ਕਿ 12-13 ਕਰੋੜ ਪਿਛਲਾ ਸੀ। 30 ਕਰੋੜ 3 ਮਹੀਨਿਆਂ 'ਚ ਨਹੀਂ ਆਇਆ ਇਹਨਾਂ ਨੂੰ, ਪਰ ਚਲੋ ਅਸੀਂ 30 ਮੰਨ ਲੈਂਦੇ ਹਾਂ। 10 ਕਰੋੜ ਰੁਪਈਆ ਮਹੀਨਾ ਆ ਗਿਆ। ਇਹਨਾਂ ਨੇ ਤੇ ਆਖਿਆ ਸੀ ਸੁਪਰੀਮੋ ਸਾਹਿਬ ਕੋਈ ਥਾਂ ਹੀ ਨਹੀਂ ਸੀ ਛੱਡਦੇ ਜਿੱਥੇ 20,000 ਕਰੋੜ ਆਊਗਾ। 20,000 ਕਰੋੜ ਆਊਗਾ ਜੀ ਰੈਵਨਿਊ। ਰੈਵਨਿਊ ਇੱਥੇ ਮਾਫੀਆ ਚੱਲਦਾ, ਸਾਰੇ ਲੁੱਟ ਪਾਈ ਜਾਂਦੇ ਆ, ਇਹਨਾਂ ਦੇ ਸਾਰੇ MLA ਕਰੀ ਜਾਂਦੇ ਆ ਲੋਕੀ। ਉਹ ਕਿੱਥੇ ਗਿਆ ਰੈਵਨਿਊ? ਉਹ ਕਦੋਂ ਤੱਕ ਆ ਜਾਊਗਾ? ਇਹ ਤੇ ਦੱਸ ਦੇਣ ਕਿ 20,000 ਕਰੋੜ ਕਦੋਂ ਆਊਗਾ। ਕੀ ਪਹਿਲੋਂ ਇਹ ਤੇ ਦੱਸ ਦਿਓ। ਮੰਤਰੀ ਜੀ। ਆਨਰੇਬਲ ਸਪੀਕਰ ਸਾਹਿਬ, ਤੁਸੀਂ ਮੇਰੇ ਜਿਹੜੇ ਸਵਾਲ ਦਾ ਜਵਾਬ ਆਪ ਹੀ ਉਹ ਦੇ ਚੁੱਕੇ ਨੇ। ਉਹ ਕਹਿੰਦੇ ਕਿ ਅਸੀਂ ਲੁੱਟਦੇ ਰਹੇ ਹਾਂ, ਇਸ ਕਰਕੇ ਮਾਈਨਿੰਗ ਦੀ ਮਾਫੀ ਨੇ ਆਪ ਹੀ ਉਹਨਾਂ ਨੇ ਬੋਲਿਆ, ਆਪ ਹੀ ਬੋਲਿਆ। ਇਹ ਤੱਥ ਹੈ ਜੀ। ਇੱਕ ਸੈਕਿੰਡ ਮਾਨਯੋਗ ਮੈਂਬਰ ਸਾਹਿਬ, ਇਹ ਤੱਥ ਹੈ ਜੀ। ਮੈਂ ਕਿਹਾ ਜੀ ਮੈਂ ਆਪਣੀ ਪੋਸਟ ਬਜਟ ਸਪੀਚ ਵਿਦ ਆંકੜੇ ਪੇਸ਼ ਕਰਾਂਗੇ ਜੀ, ਡਾਟੇ। ਜਾਣ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਰੈਵਨਿਊ 70% ਘਟਾ ਦਿੱਤਾ ਗਿਆ ਜੀ। 5.5 ਰੁਪਏ ਕਹਿਣ ਨੂੰ ਰੇਟ ਤਾਂ ਕਰ ਦਿੱਤੀ ਗਈ, ਪਰ ਕਿਤੇ ਵੀ 5.5 ਰੁਪਏ ਮਿਲਦੀ ਨਹੀਂ ਮਾਨਯੋਗ ਸਪੀਕਰ ਸਾਹਿਬ। ਤੇ ਮੈਂ ਇਹ ਵੀ ਦੱਸਣਾ ਚਾਹੂੰਗਾ, ਐਜ਼ ਪਰ ਦੇਅਰ ਪਾਲਿਸੀ, ਇਨੀ ਪਾਲਿਸੀ ਬਣਾਈ ਸੀ 2018 ਦੇ ਵਿੱਚ, ਜਿਹਦੇ ਵਿੱਚ ਕੰਟਰੈਕਟਰਸ ਤੋਂ ਐਡਵਾਂਸ ਲੈਣਾ ਸੀਗਾ, ਪਰ ਉਹ ਏਰੀਅਰਸ ਕਿੱਦਾਂ ਆ ਗਏ? 108 ਕਰੋੜ ਅੱਜ ਪੰਜਾਬ ਸਰਕਾਰ ਦਾ ਆਰਬਿਟ੍ਰੇਸ਼ਨ 'ਚ ਪਿਆ, ਕੋਈ ਵਕੀਲ ਨਹੀਂ ਕੀਤਾ ਗਿਆ। ਜਿਹੜੀ ਚੀਜ਼ 'ਚ ਆਪਾਂ ਐਡਵਾਂਸ ਲੈਣਾ, 3 ਮਹੀਨੇ ਦੀ ਕਿਸ਼ਤ ਪਹਿਲਾਂ ਆਣੀ, ਉਹਦੇ ਵਿੱਚ ਏਰੀਅਰਸ ਕਿੱਥੋਂ ਆ ਗਏ? ਇਹਨੀ ਆਪ ਕਿਹਾ ਜੀ ਪੁਰਾਣਾ ਬਕਾਇਆ। ਹਾਊ ਇਜ਼ ਇਟ ਪੋਸੀਬਲ? ਇਹ ਮੈਂ ਫਿਰ ਕਹਿ ਰਿਹਾ ਜੀ, ਇਹ ਬਹੁਤ ਗੰਭੀਰ ਵਿਸ਼ਾ ਹੈ, ਪੰਜਾਬ ਦਾ ਬਹੁਤ ਗੰਭੀਰ ਵਿਸ਼ਾ, ਤੇ ਮੈਂ ਇਸ ਦੀ ਗੰਭੀਰਤਾ ਸਮਝਦਾ ਤੇ ਮੈਂ ਪੋਸਟ ਬਜਟ ਇਹਦੇ ਉੱਤੇ ਜ਼ਰੂਰ ਆਪਣੀ ਗੱਲ ਡਿਟੇਲ ਆंकड़ा ਵਾਈਜ਼ ਰੱਖਣਾ ਚਾਹੂੰਗਾ ਜੀ। ਬਹੁਤ ਧੰਨਵਾਦ ਜੀ। ਸਰਕਾਰੀਆ ਸਾਹਿਬ। ਅਸੀਂ ਵੀ ਆਨੇ ਆ, ਇਹਨਾਂ ਦੇ ਤੋਂ ਕੋਈ ਥਾਂ ਹੀ ਨਹੀਂ ਸੀ ਛੱਡੀ, ਪਰ ਇਹ ਦੱਸ ਤੇ ਦੇਣ ਵੀ 20,000 ਕਦੋਂ ਤੱਕ ਆ ਜਾਊਗਾ। ਉਹ ਤਾਂ ਬੋਲਣ ਨਹੀਂ ਦੇ। ਇਹਦਾ ਜਵਾਬ ਦਿਓ ਕਦੋਂ ਤੱਕ ਆ ਜਾਊ। ਮੰਤਰੀ ਬੈਠੋ ਜੀ। ਅਮਨ ਜੀ, ਅਮਨ ਅਰੋੜਾ ਜੀ। एक मैं सर सप्लीमेंट्री ले लें जी। हाँ जी, लो ग्रांटेड जी। जवाब ਤੁਸੀਂ ਜਵਾਬ ਦੇਣਾ ਚਾਹੁੰਦੇ ਹੋ ਜਾਂ ਸਪਲੀਮੈਂਟਰੀ ਤੋਂ ਬਾਅਦ ਦਿਓਗੇ? ਚਲੋ सर
ਮੰਤਰੀ ਜੀ ਸਪੀਕਰ ਸਾਹਿਬ ਕਹਿ ਚੁੱਕੇ ਹਾਂ ਜੀ, ਪੋਸਟ ਬਜਟ ਤੋਂ ਬਾਅਦ ਸਾਰਾ ਡਿਟੇਲਡ ਆંકੜੇ ਮੈਂ ਜ਼ਿੰਮੇਵਾਰੀ ਨਾਲ ਦੱਸੂਗਾ ਜੀ, ਬਿਲਕੁਲ। ਠੀਕ ਹੈ ਜੀ, ਹੀ ਇਜ਼ ਅਸ਼ੋਰਿੰਗ ਯੂ, ਬਾਜਵਾ ਜੀ, ਹੀ ਇਜ਼ ਅਸ਼ੋਰਿੰਗ ਯੂ। ਨਹੀਂ ਜੀ ਨਹੀਂ, ਬਜਟ ਜਦੋਂ ਬਜਟ ਦੀ ਡਿਸਕਸ਼ਨ ਹੋਣੀ ਹੈ ਉਦੋਂ ਉਹ ਕਹਿ ਰਹੇ ਵੀ ਮੈਂ ਉੱਥੇ ਬੋਲ ਕੇ ਸਾਰਾ ਡਿਟੇਲ ਦੱਸਾਂਗਾ ਜੀ। ਯੈਸ, ਹੀ ਇਜ਼ ਅਸ਼ੋਰਿੰਗ ਯੂ। ਅਮਨ ਅਰੋੜਾ ਜੀ, ਮੰਤਰੀ ਜੀ। years and data of every year. ਠੀਕ, ਅਮਨ ਅਰੋੜਾ ਜੀ। ਸਰ ਬਹੁਤ ਬਹੁਤ ਧੰਨਵਾਦ ਜੀ। ਸਰ ਇਸ ਤੋਂ ਪਹਿਲਾਂ ਕਿ ਮੈਂ ਆਪਣਾ ਸਪਲੀਮੈਂਟਰੀ ਸਵਾਲ ਸਰਕਾਰ ਨੂੰ, ਮੰਤਰੀ ਜੀ ਨੂੰ ਕਰਾਂ, ਮੈਂ ਇੱਕ ਥੋੜਾ ਜਿਹਾ ਬੈਕਗ੍ਰਾਉਂਡ ਦੇ ਵਿੱਚ ਲੈ ਕੇ ਜਾਣਾ ਚਾਹੂੰਗਾ। ਕੁਐਸਚਨ ਔਰ ਸਰ ਉਹੀ ਹੈ ਜੀ, ਉਹੀ ਸਰ। ਉਹਦੇ ਸਰ ਸਰ 1 ਮਿੰਟ ਦਾ ਦੇ ਦਿਓ ਜੀ। ਆਪ ਕੁਐਸਚਨ ਦਾ ਤੁਸੀਂ ਸਰ 1 ਮਿੰਟ ਦਾ ਦੇ ਦਿਓ ਜੀ। ਸਰ ਕੁਐਸਚਨ ਅਮਨ ਜੀ, ਅਮਨ ਜੀ। ਸਰ ਸਰ ਮੈਂ ਸਪੀਕਰ ਸਾਹਿਬ ਆਪਾਂ ਸੀਨੀਅਰ, ਮੈਨੂੰ ਬੋਲ ਤਾਂ ਲੈਣ ਦਿਓ ਜੀ 1 ਮਿੰਟ। ਹਾਂ ਪਲੀਜ਼। ਮੈਂ ਅੱਧੇ ਮਿੰਟ 'ਚ ਆਪਦੀ ਗੱਲ ਮੁਕਾ ਦੇਣੀ ਹੈ ਸਰ। ਮੈਂ ਅੱਧੇ ਮਿੰਟ 'ਚ ਗੱਲ ਮੁਕਾ ਦੇਣੀ ਹੈ ਸਰ। 16 ਜੂਨ 2017 ਨੂੰ ਪਹਿਲਾ ਸੈਸ਼ਨ ਸੀ, 5 ਸਾਲ ਪਹਿਲਾਂ। ਅਸੀਂ ਆਪੋਜੀਸ਼ਨ ਦੇ ਵਿੱਚ ਅਕਾਲੀ ਦਲ ਵਾਲੇ ਸਾਥੀ ਸਾਰੇ ਇੱਕ ਇਸ਼ੂ ਦੇ ਉੱਪਰ ਅਸੀਂ ਇਸ਼ੂ ਰੇਜ਼ ਕਰ ਰਹੇ ਸੀਗੇ, ਤੇ ਉਸ ਸਮੇਂ ਇੱਥੇ ਬੈਠੇ ਹੋਏ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਸਟੇਟਮੈਂਟ ਦਿੱਤੀ ਸੀਗਾ। ਤੁਹਾਡੀਆਂ ਡਿਬੇਟਸ ਨੇ, ਮੈਂ ਉਹ ਪੜ੍ਹ ਕੇ ਸੁਣਾਉਣਾ। ਮੁੱਖ ਮੰਤਰੀ ਸਾਹਿਬ ਬੋਲ ਰਹੇ ਨੇ, ਅਸੀਂ ਸਦਨ ਵਿੱਚ ਹੋਰ ਕੰਪਲਿਕੇਸ਼ਨ ਖੜੀਆਂ ਨਹੀਂ ਕਰਨੀਆਂ ਚਾਹੁੰਦੇ। ਅਗਰ ਕਰਨੀਆਂ ਚਾਹੁੰਦੇ ਤਾਂ 10 ਸਫ਼ਿਆਂ ਦੀ ਮੇਰੇ ਕੋਲ ਲਿਸਟ ਹੈ, ਜਿਸ ਵਿੱਚ ਇਹਨਾਂ ਸਾਰਿਆਂ ਦੇ ਨਾਮ ਹਨ ਜਿਨ੍ਹਾਂ ਨੇ ਰੇਤੇ ਦੀਆਂ ਖੱਡਾਂ ਠੇਕੇ ਤੇ ਲਈਆਂ ਹੋਈਆਂ ਹਨ। ਮੈਂ 1 ਮਿੰਟ 'ਚ ਇਹਨਾਂ ਸਾਰਿਆਂ ਦੇ ਨਾਮ ਲੈ ਸਕਦਾ ਹਾਂ। ਸਪੀਕਰ ਸਾਹਿਬ, ਇਹਨਾਂ ਨੇ ਰੇਤੇ ਦੀਆਂ ਖੱਡਾਂ ਵਿੱਚੋਂ ਰੇਤਾ ਕੱਢਣਾ ਹੈ ਤਾਂ ਕੱਢੀ ਜਾਣ ਦਿਓ। ਸਰ ਇੰਨਾ ਕਿਹਾ ਤੇ ਅਕਾਲੀ ਦਲ ਵਾਲੇ, ਕਾਂਗਰਸ ਵਾਲੇ ਉਹ ਜਾ ਕੇ ਆਪਦੀਆਂ ਸੀਟਾਂ ਤੇ ਬਹਿ ਗਏ। ਮੈਂ ਮੰਤਰੀ ਜੀ ਨੂੰ ਸਿਰਫ ਇੰਨਾ ਪੁੱਛਣਾ ਚਾਹੁੰਦਾ ਕਿ ਮੰਤਰੀ ਜੀ, ਕੈਪਟਨ ਅਮਰਿੰਦਰ ਸਿੰਘ ਜੀ ਪਿਛਲੇ 5 ਸਾਲ ਦੀ ਸਰਕਾਰ ਦੇ ਵਿੱਚ ਸਰਕਾਰੀਆ ਸਾਹਿਬ ਮੰਤਰੀ ਰਹੇ। ਕੈਪਟਨ ਸਾਹਿਬ ਕਹਿ ਕੇ ਗਏ ਨੇ ਕਿ ਉਹਨਾਂ ਕੋਲ ਸਾਰੇ ਜਿਹੜੇ ਲੀਡਰ ਰੇਤਾ ਕੱਢਦੇ ਨੇ, ਉਹਨਾਂ ਕੋਲ ਲਿਸਟ ਹੈਗੀ 10-12 ਸਫ਼ਿਆਂ ਦੀ। ਕੀ ਤੁਹਾਨੂੰ ਪਿਛਲੀ ਸਰਕਾਰ ਤੋਂ, ਸਰਕਾਰੀਆ ਸਾਹਿਬ ਤੋਂ ਇਹੋ ਜਿਹੀ ਕੋਈ ਲਿਸਟ ਮਿਲੀ? ਇਹੋ ਜਿਹੀ ਲਿਸਟ ਮਿਲੀ? ਜੇ ਨਹੀਂ ਮਿਲੀ ਸਰਕਾਰੀਆ ਸਾਹਿਬ, ਇਹਨਾਂ ਨੂੰ ਲਿਸਟ ਦਵਾ ਦਿਓ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਪੇਅਰ ਕੀਤੀ ਹੋਈ। ਹਾਂਜੀ ਮੰਤਰੀ ਜੀ, ਜਵਾਬ ਦਿਓ। ਸਪੀਕਰ ਸਾਹਿਬ, ਹਰਜੋਤ ਬੈਂਸ ਜੀ ਜਵਾਬ ਦੇਣਗੇ। ਅਮਨ ਜੀ ਬੈਠੋ, ਅਮਨ ਜੀ ਬੈਠੋ, ਬੁੱਧਰਾਮ ਜੀ ਬੈਠੋ। Honorable Speaker ਸਾਹਿਬ, ਮੰਤਰੀ ਜੀ ਜਵਾਬ ਦੇ ਰਹੇ ਆ। Honorable Speaker ਸਾਹਿਬ, ਬੈਠੋ ਬੈਠੋ ਅਮਨ ਜੀ, ਤੁਸੀਂ ਬੈਠੋ ਜੀ। ਮੰਤਰੀ ਜੀ ਖੜੇ ਆ, ਮੰਤਰੀ ਜੀ ਖੜੇ ਆ, ਬੈਠੋ ਬੈਠੋ ਜੀ। Honorable Speaker ਸਾਹਿਬ, ਮੈਂ ਜਿਵੇਂ ਆਪਣੇ ਜਵਾਬ 'ਚ ਕਿਹਾ ਕਿ ਮਾਈਨਿੰਗ ਇੱਕ ਬਹੁਤ ਗੰਭੀਰ ਮੁੱਦਾ ਹੈ ਜੀ, ਤੇ ਇਸ ਦੇ ਉੱਤੇ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਵੀ ਸਰਕਾਰ ਨੇ, ਕਿਸੇ ਐਮਐਲਏ ਨੇ, ਕਿਸੇ ਮੰਤਰੀ ਨੇ ਕੋਈ ਕਸਰ ਨਹੀਂ ਛੱਡੀ ਜੀ। ਉਸ ਦੀ ਜਿਹੜੇ ਮਾਈਨਿੰਗ ਮਾਫੀਆ ਦੇ ਖਿਲਾਫ ਕਾਰਵਾਈ ਹੈ, ਵੀ ਆਰ ਬਾਉਂਡ ਟੂ ਇਟ, ਵੀ ਆਰ ਕਮਿਟਡ ਟੂ ਇਟ। ਪੰਜਾਬ ਦੀ ਧਰਤੀ ਅੱਜ ਨੋਚ ਕੇ ਖਾ ਗਏ ਤੇ ਪੰਜਾਬ ਦੇ ਖਜ਼ਾਨੇ 'ਚ ਕੋਈ ਪੈਸਾ ਨਹੀਂ ਆਇਆ। ਮੈਂ ਕਿਹਾ ਜੀ ਪੋਸਟ ਬਜਟ ਹਰ ਇੱਕ ਚੀਜ਼ ਤੇ ਪਹਿਲੂ ਹੋਗੀ। ਆਲਰੇਡੀ ਕਾਰਵਾਈ ਹੋਈ ਹੈ। ਇੱਕ ਸਾਬਕਾ ਐਮਐਲਏ ਉਹਨਾਂ ਤੇ ਪਰਚਾ ਦਰਜ ਕਰਕੇ ਅੰਦਰ ਗਏ ਤੇ ਕਾਰਵਾਈ ਸ਼ੁਰੂਆਤ ਹੈ ਜੀ। ਸਰਕਾਰੀਆ ਸਾਹਿਬ, ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ, ਮੈਂ ਦੁਬਾਰਾ ਕਹਿ ਰਿਹਾ, ਔਨ ਦਾ ਫਲੋਰ ਆਫ ਦਾ ਹਾਊਸ ਆਈ ਐਮ ਸੇਇੰਗ, ਜਿੰਨਾ ਰੈਵਨਿਊ ਤੁਸੀਂ 15 ਸਾਲਾਂ 'ਚ ਨਹੀਂ ਦੇ ਸਕੇ, 1 ਸਾਲ 'ਚ ਦੇਵਾਂਗੇ। ਇਆਲੀ ਸਾਹਿਬ, ਸਪੀਕਰ ਸਾਹਿਬ, ਬਾਜਵਾ ਜੀ, ਸਪੀਕਰ ਸਾਹਿਬ, ਮੈਂਬਰ ਸਾਹਿਬ ਬੋਲ ਰਹੇ। 1 ਮਿੰਟ ਜੀ। ਇਆਲੀ ਜੀ ਤੁਸੀਂ ਬੈਠੋ, ਲੀਡਰ ਆਫ ਆਪੋਜੀਸ਼ਨ ਕੁਝ ਕਹਿਣਾ ਚਾਹੁੰਦੇ ਆ। ਗੱਲ ਇਸ ਤਰ੍ਹਾਂ ਸਰ, ਨਵੇਂ ਮੰਤਰੀ ਨੇ, ਅਸੀਂ ਇਹਨਾਂ ਦਾ ਸਤਿਕਾਰ ਕਰਨਾ, ਬਟ ਨੌਜਵਾਨ ਆਪਣੇ ਸਾਥੀ ਨੂੰ ਮੈਂ ਕਹਿੰਦਾ ਸਵੀਪਿੰਗ ਸਟੇਟਮੈਂਟਸ ਨਾ ਦਿਓ। ਜੇ 1 ਮਿੰਟ ਬੈਠੋ, ਜੇ ਤੁਹਾਡੇ ਕੋਲ ਕੋਈ ਤੱਥ ਹੈ ਤੇ ਲਿਆ ਕੇ ਸਵੇਰੇ ਉਹਨਾਂ ਨੂੰ ਇੰਟਰੋਗੇਟ ਕਰਾਓ, ਤੇ ਪਹਿਲੇ ਅਮਰਿੰਦਰ ਸਿੰਘ ਤੋਂ ਕੰਮ ਸ਼ੁਰੂ ਕਰੋ। ਜੇ ਕੰਮ ਸ਼ੁਰੂ ਕਰਨਾ ਅਮਰਿੰਦਰ ਸਿੰਘ ਤੋਂ ਕਰੋ। ਲੈਟ ਅਸ ਸੀ ਕਿੰਨੀ ਪੋਲੀਟੀਕਲ ਵਿਲ ਤੁਹਾਡੇ 'ਚ ਹੈ। ਯੂ ਆਰ ਨੇਮਿੰਗ ਅਮਰਿੰਦਰ ਸਿੰਘ, ਹੀ ਹੈਜ਼ ਅ ਕੰਪਲੀਟ ਲਿਸਟ, then firstly get hold of Amrinder Singh and get the whole list. Don't make the sweeping statement in front of Punjab. ਬੈਠੋ ਬਾਜਵਾ। ਬੈਂਸ ਸਾਹਿਬ, ਇੱਕ ਬਾਜਵਾ ਜੀ, ਆਪਾਂ ਇਹ ਡਿਬੇਟ, ਮੈਨੂੰ ਚੇਅਰ ਤੋਂ ਐਡਰੈਸ ਕਰੋ। ਚੇਅਰ ਤੋਂ ਬੈਠੋ ਤੁਸੀਂ। ਅਮਨ ਤੁਸੀਂ, ਆਪਾਂ ਕਰਾਂਗੇ। You will have ample time for discussion.
ਤੁਸੀਂ ਬਾਜਵਾ ਜੀ ऑनरेबल स्पीकर साहब, काइंडली बैठो, मंत्री जी जवाब दे रहे हैं। जी मंत्री जी। ऑनरेबल स्पीकर साहब जी मैं दोबारा किया कि मैं आप किया कि मैं तो आप मेरे ते कोई बोझ नहीं सीगा, पर मैं आप किया कि पोस्ट बजट ਤੁਸੀਂ ਜੀ मैं समझदा है ਤੁਹਾਡਾ कैप्टन साहब ਨਾਲ बहुत प्यार है, बट देयर इज एवरीथिंग हैज अ सिस्टम, एवरीथिंग हैज अ सिस्टम। मेरी ਜਿਹੜੀ ਜ਼ਿੰਮੇਵਾਰੀ मैं समझदा है जी, मैं समझदा है, मैं समझदा जी, मैं समझदा ਤੁਹਾਡਾ बहुत प्यार है। ਤੁਸੀਂ सरदार मनप्रीत ऑनरेबल स्पीकर साहब मैं बट एक फाइनल वर्ड्स जी, फाइनल वर्ड्स। ठीक है मंत्री जी बैठो, तुसी बैठो बैठो। थैंक यू स्पीकर साहब। मनप्रीत सिंह याली जी। ਸਪੀਕਰ ਸਾਹਿਬ ਜੀ ਇਹ ਪਿਛਲੀਆਂ ਸਰਕਾਰਾਂ 'ਚ ਬੜਾ ਇਹ ਅਹਿਮ ਮੁੱਦਾ ਰਿਹਾ ਰੇਤ ਮਾਫੀਆ ਦਾ। ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ। ਕੋਈ ਵੀ ਲੀਡਰ, ਕੋਈ ਐਮਐਲਏ, ਮੰਤਰੀ, ਚਾਹੇ ਪਿਛਲੀਆਂ ਸਰਕਾਰਾਂ 'ਚ ਰਿਹਾ, ਜਿਹਦੇ ਵਿੱਚ ਕੋਈ ਸ਼ਾਮਲ ਹੈਗਾ ਤਾਂ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਬਿਨਾਂ ਕਿਸੇ ਪੱਖਪਾਤ ਤੋਂ, ਬਿਨਾਂ ਕਿਸੇ ਪੱਖਪਾਤ। ਸਵਾਲ ਪੁੱਛੋ ਜੀ, ਸਵਾਲ ਮੈਂ ਸਵਾਲ ਪੁੱਛੋ। ਦੇਖੋ ਸਾਰਿਆਂ ਨੂੰ ਕਹਿ ਦਿੰਦੇ ਹੋ ਤੁਸੀਂ, ਸਾਰਿਆਂ ਨੂੰ। ਇੱਕ ਮਿੰਟ ਲੈਣਾ ਜੀ, 1 ਮਿੰਟ। ਮੈਂ ਬਿਲਡਰ ਆ, ਅਸੀਂ ਰੋਜ਼ 4.5 ਟਰਾਲੀਆਂ ਲੱਗਦੀਆਂ ਰੇਤੇ ਦੀਆਂ। ਸਰਕਾਰ ਰਹੀ ਆ, ਜੇ ਇੱਕ ਵਗਾਰ ਤੇ ਵੀ ਸਾਬਤ ਕਰ ਦੇਵੇ ਰਾਜਨੀਤੀ ਛੱਡ ਦਿਆਂਗੇ। ਸਾਰਿਆਂ ਨੂੰ ਨਾ ਕਹਿ ਦਿਆ ਕਰੋ। ਸੋ ਕਹਿਣ ਦਾ ਭਾਵ ਪੜਤਾਲ ਕਰਾਓ, ਜਿਹੜੇ ਹੈਗੇ ਸਾਹਮਣੇ ਲਿਆਓ, ਪਤਾ ਲੱਗੇ ਕੌਣ ਸੀਗੇ ਜੀ। ਠੀਕ ਹੈ ਜੀ। ਧੰਨਵਾਦ।